ਸਤਿ ਸ਼੍ਰੀ ਅਕਾਲ ਦੋਸਤੋ। ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਰੈਗੂਲਰ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ਾਨਾ ਵੀਡੀਓ ਪਾ ਰਹੇ ਹਾਂ। ਤਾਂ ਦੋਸਤੋ, ਅੱਜ ਆਪਾਂ ਉਸੇ ਦੇ ਸਨਮੁਖ ਤੁਹਾਡਾ ਫੰਡਾਮੈਂਟਲ ਰਾਈਟਸ ਤੇ ਫੰਡਾਮੈਂਟਲ ਡਿਊਟੀਜ਼ ਦੇ ਉੱਤੇ MCQ ਲੈ ਕੇ ਆਏ ਹਾਂ, ਜੋ ਕਿ ਤੁਹਾਡੇ ਜਨਰਲ ਨੌਲੇਜ ਸਿਲੇਬਸ ਦੇ ਵਿੱਚ ਪਾਰਟ ਹੈ, ਜਨਰਲ ਅਵੇਅਰਨੈਸ ਪਾਰਟ ਆ। ਉਸ ਦਾ ਇੱਕ ਛੋਟਾ ਟੌਪਿਕ ਆ, ਸਬ ਟੌਪਿਕ ਆ। ਤੁਸੀਂ ਆਪਣਾ ਸਿਲੇਬਸ ਚੱਕ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਫੰਡਾਮੈਂਟਲ ਰਾਈਟਸ ਤੇ ਫੰਡਾਮੈਂਟਲ ਡਿਊਟੀਜ਼ ਇੱਕ ਟੌਪਿਕ ਮਿਲੇਗਾ। ਉਸ ਦੇ ਉੱਤੇ ਦੋਸਤੋ ਅੱਜ ਇਹ ਮਤਲਬ ਕੁਐਸਚਨ ਲੈ ਕੇ ਆਏ, ਬਹੁਤ ਹੀ ਇੰਪੋਰਟੈਂਟ ਹੈ ਦੋਸਤੋ। ਇੰਡੀਅਨ ਪੋਲਿਟੀ ਦਾ ਪਾਰਟ ਹੈ ਇਹ, ਤੇ ਇਹਦੇ ਵਿੱਚੋਂ ਪੱਕਾ ਕੁਐਸਚਨ ਇੱਕ ਜਾਂ ਦੋ ਕੁਐਸਚਨ ਦਾ ਪੱਕੇ ਸੈੱਟ ਹੋਣੇ ਹੀ ਹੋਣੇ ਆ, ਠੀਕ ਹੈ ਨਾ। ਬਹੁਤ ਹੀ ਧਿਆਨ ਨਾਲ ਦੇਖਣੀਆਂ ਇਹਦੀਆਂ ਵੀ। ਮੈਂ ਪਾਰਟਸ ਦੇ ਵਿੱਚ ਵੀਡੀਓ ਲੈ ਕੇ ਆਊਂਗਾ, ਤੇ ਹੁਣ ਪਹਿਲਾ ਪਾਰਟ ਹੈ ਜੋ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਸਾਰੇ ਕੁਐਸਚਨ ਪੰਜਾਬੀ 'ਚ ਸਮਝਾਊਂਗਾ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਸਮਝ ਆਉਂਦੀ, ਠੀਕ ਹੈ ਨਾ। ਪਹਿਲਾ ਪ੍ਰਸ਼ਨ ਹੈਗਾ, ਦ ਕੌਨਸਟੀਟਿਊਸ਼ਨ ਆਫ ਇੰਡੀਆ ਅਡੋਪਟਡ ਫੰਡਾਮੈਂਟਲ ਡਿਊਟੀਜ਼ ਫਰੋਮ ਦੀ ਕੌਨਸਟੀਟਿਊਸ਼ਨ ਆਫ ਵਿਚ ਕੰਟਰੀ। ਕਹਿੰਦੇ ਸੰਵਿਧਾਨ ਆਪਣਾ ਜੋ ਭਾਰਤ ਦਾ ਹੈ, ਉਹਦੇ ਵਿੱਚ ਆਪਾਂ ਨੇ ਫੰਡਾਮੈਂਟਲ ਡਿਊਟੀਜ਼ ਆ ਜਿਹੜੀਆਂ, ਠੀਕ ਹੈ ਨਾ, ਉਹ ਲਈਆਂ ਕਿਹੜੇ ਦੇਸ਼ ਤੋਂ ਲਈਆਂ। ਇਹ ਦੇਸ਼ ਦਾ ਕੰਟਰੀ ਦਾ ਨਾਮ ਦੱਸਣਾ ਆਪਾਂ ਨੇ। ਉਹ ਦੋਸਤੋ ਲਈਆਂ ਆਪਾਂ ਨੇ ਰਸ਼ੀਆ ਤੋਂ। ਫੰਡਾਮੈਂਟਲ ਡਿਊਟੀਜ਼ ਆਪਾਂ ਨੇ ਰਸ਼ੀਆ ਤੋਂ ਆਪਣੇ ਸੰਵਿਧਾਨ ਦੇ ਵਿੱਚ ਲਈਆਂ। ਅੱਗੇ ਗੱਲ ਕਰਦੇ ਹਾਂ ਦੋਸਤੋ, ਦੂਜਾ ਪ੍ਰਸ਼ਨ, ਦਾ 44ਵਾਂ ਅਮੈਂਡਮੈਂਟ, ਪਹਿਲਾਂ ਤਾਂ 44th ਅਮੈਂਡਮੈਂਟ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਰਿਮੂਵਡ ਦੀ ਫੋਲੋਇੰਗ ਰਾਈਟ ਫਰੋਮ ਦੀ ਕੈਟੇਗਰੀ ਆਫ ਦੀ ਫੰਡਾਮੈਂਟਲ ਰਾਈਟ। ਕਹਿੰਦੇ 44ਵਾਂ ਜਿਹੜਾ ਸੰਸ਼ੋਧਨ ਆ ਸੰਵਿਧਾਨ ਦਾ, ਠੀਕ ਹੈ ਨਾ, ਭਾਰਤੀ ਸੰਵਿਧਾਨ ਦੇ 44ਵੇਂ ਸੰਸ਼ੋਧਨ ਦੇ ਵਿੱਚ ਕਿਹੜਾ ਫੰਡਾਮੈਂਟਲ ਰਾਈਟ ਆ ਜਿਹੜਾ ਉਹ ਰਿਮੂਵ ਕਰਤਾ, ਠੀਕ ਹੈ ਨਾ। ਉਹ ਰਾਈਟ ਮਤਲਬ ਕਿ ਰਿਮੂਵ ਕਰਤਾ ਆਮ ਬੰਦੇ ਤੋਂ, ਆਮ ਨਾਗਰਿਕ ਲਈ, ਠੀਕ ਹੈ ਨਾ। ਤਾਂ ਉਹ ਦੋਸਤੋ ਹੈਗਾ ਇਹਨਾਂ ਚਾਰ ਆਪਸ਼ਨਾਂ 'ਚ ਹੈਗਾ ਰਾਈਟ ਟੂ ਪ੍ਰੋਪਰਟੀ। ਰਾਈਟ ਟੂ ਪ੍ਰੋਪਰਟੀ ਮਤਲਬ ਕਿ ਇਹ ਆਪਾਂ ਨਾ ਫੰਡਾਮੈਂਟਲ ਰਾਈਟ ਹਰੇਕ ਸਿਟੀਜ਼ਨ ਦਾ, ਮਤਲਬ ਕਿ ਇਹ ਅਧਿਕਾਰ ਹੁਣ ਮੌਲਿਕ ਅਧਿਕਾਰ ਨਹੀਂ ਰਿਹਾ, ਫੰਡਾਮੈਂਟਲ ਰਾਈਟ ਨਹੀਂ ਰਿਹਾ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਤੀਜਾ, ਵਿਚ ਆਫ ਦਾ ਫੋਲੋਇੰਗ ਕਮੇਟੀ ਐਡਵੋਕੇਟਡ ਦੀ ਫੰਡਾਮੈਂਟਲ ਡਿਊਟੀਜ਼ ਇਨ ਇੰਡੀਅਨ ਕੌਨਸਟੀਟਿਊਸ਼ਨ। ਕਹਿੰਦੇ ਮਤਲਬ ਕਿ ਫੰਡਾਮੈਂਟਲ ਡਿਊਟੀਜ਼ ਦੀ ਮਤਲਬ ਕਿ ਸ਼ਨਾਖਤ ਜੋ ਵੀ ਆ ਉਹਨਾਂ ਐਡਵੋਕੇਟ ਫੰਡਾਮੈਂਟਲ ਡਿਊਟੀਜ਼ ਨੂੰ ਕੌਣ, ਕਿਹੜੀ ਕਮੇਟੀ ਲੈ ਕੇ ਆਈ, ਸੰਵਿਧਾਨ ਦੇ ਵਿੱਚ ਕਿਹੜੀ ਕਮੇਟੀ ਲੈ ਕੇ ਆਈ। ਤਾਂ ਦੋਸਤੋ ਉਸ ਕਮੇਟੀ ਦਾ ਨਾਂ ਹੈਗਾ ਇਹ ਸਵਰਨ ਸਿੰਘ ਕਮੇਟੀ, ਠੀਕ ਹੈ ਨਾ। ਯਾਦ ਰੱਖਣਾ, ਸਵਰਨ ਸਿੰਘ ਕਮੇਟੀ ਫੰਡਾਮੈਂਟਲ ਡਿਊਟੀਜ਼ ਨੂੰ ਲੈ ਕੇ ਆਈ ਸੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਦੋਸਤੋ, ਵੈਨ ਵਾਜ਼ ਦੀ ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਔਨਰ ਐਕਟ ਪਾਸਡ। ਜੋ ਆਪਣੇ ਨੈਸ਼ਨਲ ਔਨਰ ਆ, ਠੀਕ ਹੈ ਨਾ, ਆਪਣੇ ਮਤਲਬ ਕਿ ਰਾਸ਼ਟਰੀ ਚਿੰਨ੍ਹ, ਠੀਕ ਹੈ ਨਾ, ਉਹਨਾਂ ਦੀ ਇਨਸਲਟ ਹੋਣ ਤੋਂ ਬਚਾਉਣ ਲਈ ਇੱਕ ਐਕਟ ਆਇਆ, ਸਰਕਾਰ ਲੈ ਕੇ ਆਈ ਸੀ। ਉਹ ਕਦੋਂ ਲੈ ਕੇ ਆਈ ਸੀ? ਤਾਂ ਦੋਸਤੋ 1971 ਦੇ ਵਿੱਚ ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਔਨਰ ਐਕਟ ਆਇਆ ਸੀ, ਠੀਕ ਹੈ ਨਾ। 1971 ਯਾਦ ਰੱਖਣਾ। ਵੈਨ ਫੰਡਾਮੈਂਟਲ ਡਿਊਟੀਜ਼ ਵਰ ਐਡਡ ਇਨ ਦੀ ਕੌਨਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਕਦੋਂ ਆਈਆਂ, ਠੀਕ ਹੈ ਨਾ, ਕਦੋਂ ਲਈਆਂ ਗਈਆਂ। ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ 1976। 1976 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਸੰਵਿਧਾਨ ਦੇ ਵਿੱਚ ਲਈਆਂ ਗਈਆਂ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਛੇਵਾਂ, ਐਟ ਪ੍ਰੈਜ਼ੈਂਟ ਹਾਊ ਮੈਨੀ ਫੰਡਾਮੈਂਟਲ ਡਿਊਟੀਜ਼ ਆਰ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਸੰਵਿਧਾਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਇਸ ਸਮੇਂ ਹੈਗੀਆਂ। ਤਾਂ ਦੋਸਤੋ ਇਹ ਹੈਗੀਆਂ ਟੋਟਲ, ਇਹਨਾਂ ਦੀ ਗਿਣਤੀ 11 ਹੈ, ਠੀਕ ਹੈ ਨਾ। ਯਾਦ ਰੱਖਣਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਠੀਕ ਹੈ ਨਾ। ਅੱਗੇ ਗੱਲ ਕਰਦੇ ਪ੍ਰਸ਼ਨ 7ਵਾਂ, ਵਿਚ ਪ੍ਰੋਵੀਜ਼ਨ ਆਫ ਦੀ ਫੰਡਾਮੈਂਟਲ ਰਾਈਟਸ ਡਾਇਰੈਕਟਲੀ ਰਿਲੇਟਸ ਟੂ ਦੀ ਐਕਸਪਲੋਇਟੇਸ਼ਨ ਆਫ ਚਿਲਡਰਨ। ਕਹਿੰਦੇ ਹੇਠਾਂ ਦਿੱਤੇ ਹੋਏ ਆ ਕੁਝ ਆਰਟੀਕਲ, ਮਤਲਬ ਕਿ ਇਹਨਾਂ 'ਚੋਂ ਕਿਹੜਾ ਆਰਟੀਕਲ ਆ, ਕਿਹੜਾ ਮਤਲਬ ਕਿ ਜਿਹੜਾ ਫੰਡਾਮੈਂਟਲ ਰਾਈਟ ਮਤਲਬ ਕਿ ਆਪਣਾ ਬੱਚਿਆਂ ਦੀ ਐਕਸਪਲੋਇਟੇਸ਼ਨ ਹੋਣ ਤੋਂ ਬਚਾਉਂਦਾ, ਠੀਕ ਹੈ ਨਾ, ਬੱਚਿਆਂ ਦਾ ਸ਼ੋਸ਼ਣ ਹੋਣ ਤੋਂ ਬਚਾਉਂਦਾ, ਕਿਹੜਾ ਫੰਡਾਮੈਂਟਲ ਰਾਈਟ ਆ ਉਹ ਦੋਸਤੋ ਆਰਟੀਕਲ 24 ਦੇ ਤਹਿਤ ਆਉਂਦਾ ਹੈ। ਫੰਡਾਮੈਂਟਲ ਰਾਈਟ ਹੈ ਜਿਹੜਾ ਮਤਲਬ ਕਿ ਐਕਸਪਲੋਇਟੇਸ਼ਨ ਆਫ ਚਿਲਡਰਨ ਦੀ ਹੋਣ ਤੋਂ ਬਚਾਉਂਦਾ, ਠੀਕ ਹੈ ਨਾ, ਬੱਚਿਆਂ ਦਾ ਸ਼ੋਸ਼ਣ ਹੋਣ ਤੋਂ ਬਚਾਉਂਦਾ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਆ ਗਿਆ 8ਵਾਂ, ਇਨ ਦੀ ਇੰਡੀਅਨ ਕੌਨਸਟੀਟਿਊਸ਼ਨ ਫੰਡਾਮੈਂਟਲ ਡਿਊਟੀਜ਼ ਆਰ ਗਿਵਨ ਇਨ ਵਿਚ ਆਰਟੀਕਲ। ਕਹਿੰਦੇ ਸੰਵਿਧਾਨ ਦੇ, ਭਾਰਤੀ ਸੰਵਿਧਾਨ ਦੇ ਫੰਡਾਮੈਂਟਲ ਡਿਊਟੀਜ਼ ਕਿਹੜੇ ਆਰਟੀਕਲ ਦੇ ਵਿੱਚ ਦਿੱਤੀਆਂ ਗਈਆਂ, ਠੀਕ ਹੈ ਨਾ। ਤਾਂ ਇਹ ਵੀ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਇਹ ਹੈਗਾ ਆਰਟੀਕਲ 51A। ਆਰਟੀਕਲ 51A ਦੇ ਵਿੱਚ ਆ ਫੰਡਾਮੈਂਟਲ ਡਿਊਟੀਜ਼ ਦਾ ਵਰਣਨ ਸੰਵਿਧਾਨ ਦੇ ਆਰਟੀਕਲ 51A ਦੇ ਵਿੱਚ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ, ਵਿਚ ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਵਾਸ ਪਾਸਡ ਟੂ ਪ੍ਰੋਵਾਈਡ ਕੰਪਲਸਰੀ ਐਜੂਕੇਸ਼ਨ ਟੂ ਚਿਲਡਰਨ ਬਿਟਵੀਨ 6 and 14 ਈਅਰਸ।
ਕਹਿੰਦੇ ਸੰਵਿਧਾਨ ਦਾ ਕਿਹੜਾ ਸੰਸ਼ੋਧਨ ਆਇਆ, ਠੀਕ ਹੈ ਨਾ, ਸੰਸ਼ੋਧਨ ਦਾ ਐਕਟ ਆਇਆ, ਠੀਕ ਹੈ ਨਾ, ਜਿਹਦੇ ਨਾਲ ਮਤਲਬ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਪੜ੍ਹਾਈ ਕੰਪਲਸਰੀ ਹੋ ਗਈ, ਠੀਕ ਹੈ ਨਾ, ਕੰਪਲਸਰੀ ਐਜੂਕੇਸ਼ਨ ਡਿਕਲੇਅਰ ਕਰਤੀ ਸਰਕਾਰ ਨੇ। ਸੰਵਿਧਾਨ ਦੇ ਕਿਹੜੇ ਕੌਂਸਟੀਟਿਊਸ਼ਨ ਕਿਹੜੇ ਅਮੈਂਡਮੈਂਟ ਦੇ ਵਿੱਚ ਐਕਟ ਲੈ ਕੇ ਆਈ ਸਰਕਾਰ, ਠੀਕ ਹੈ ਨਾ। ਤਾਂ ਦੋਸਤੋ ਉਹਦੀ ਗੱਲ ਕਰੀ ਗਈ ਆ। ਇਹ ਹੈਗਾ ਦੋਸਤੋ 86ਵੇਂ ਅਮੈਂਡਮੈਂਟ ਦੇ ਵਿੱਚ, ਠੀਕ ਹੈ ਨਾ, ਸਰਕਾਰ ਨੇ ਇੱਕ ਇੱਦਾਂ ਦਾ ਕਾਨੂੰਨ ਪਾਸ ਕਰਤਾ ਵੀ 6ਵੀਂ ਤੋਂ ਲੈ ਕੇ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਐਜੂਕੇਸ਼ਨ ਕੰਪਲਸਰੀ ਕਰਤੀ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 10ਵਾਂ, ਵਿਚ ਪਾਰਟ ਆਫ ਦ ਇੰਡੀਅਨ ਕੌਂਸਟੀਟਿਊਸ਼ਨ ਡੀਲਸ ਵਿਦ ਫੰਡਾਮੈਂਟਲ ਰਾਈਟ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਇੱਥੇ ਪਾਰਟ ਪੁੱਛਿਆ ਗਿਆ ਸੰਵਿਧਾਨ ਦਾ ਕਿਹੜੇ ਪਾਰਟ ਦੇ ਵਿੱਚ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰਾਂ ਦਾ ਵਰਣਨ ਹੈ। ਤਾਂ ਪਾਰਟ ਤੀਜੇ ਦੇ ਵਿੱਚ ਆ ਦੋਸਤੋ, ਸਾਰੇ ਆਪਣੇ ਫੰਡਾਮੈਂਟਲ ਰਾਈਟ ਸੰਵਿਧਾਨ ਦੇ ਵਿੱਚ ਪਾਰਟ ਤੀਜੇ ਦੇ ਵਿੱਚ ਆ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 11ਵਾਂ, ਵਿਚ ਆਫ ਦੀ ਫੋਲੋਇੰਗ ਰਾਈਟ ਡਿਡ ਬੀ ਆਰ ਅੰਬੇਦਕਰ ਡਿਸਕ੍ਰਾਈਬ ਐਜ਼ ਦੀ ਹਾਰਟ ਐਂਡ ਸਾਊਲ ਆਫ ਦ ਇੰਡੀਅਨ ਕੌਂਸਟੀਟਿਊਸ਼ਨ। ਬੀ ਆਰ ਅੰਬੇਦਕਰ ਸਾਹਿਬ ਨੇ ਕਹਿੰਦੇ ਕਿਹੜੇ ਸੰਵਿਧਾਨ ਦੇ ਕਿਹੜੇ ਰਾਈਟ ਨੂੰ, ਮਤਲਬ ਕਿ ਸੰਵਿਧਾਨ ਦੇ ਵਿੱਚ ਕਿਹੜੇ ਰਾਈਟ ਨੂੰ ਹਾਰਟ ਐਂਡ ਸਾਊਲ ਆਫ ਦ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਗਿਆ ਹੈ, ਠੀਕ ਹੈ ਨਾ, ਕਿਹਾ ਉਹਨਾਂ ਨੇ ਕਿਹੜੇ ਮਤਲਬ ਕਿ ਰਾਈਟ ਨੂੰ ਹਾਰਟ ਅਤੇ ਸਾਊਲ ਮੰਨਿਆ ਸੰਵਿਧਾਨ ਦਾ, ਭਾਰਤੀ ਸੰਵਿਧਾਨ ਦਾ। ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਰਾਈਟ ਟੂ ਕੌਂਸਟੀਟਿਊਸ਼ਨਲ ਰੈਮੇਡੀਜ਼। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਠੀਕ ਹੈ ਨਾ। ਇਹ ਕੁਐਸਚਨ ਤੁਸੀਂ ਯਾਦ ਰੱਖਣਾ, ਮੈਨੂੰ ਲੱਗਦਾ ਇਸ ਦੇ ਪੂਰੇ ਚਾਂਸ ਆ ਇਸ ਵਾਰੀ ਪੇਪਰ 'ਚ ਆਉਣ ਦੇ। ਅੱਗੇ ਗੱਲ ਕਰਦੇ ਹਾਂ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਹਿਊਮਨ ਰਾਈਟ ਐਸ ਵੈਲ ਐਸ ਫੰਡਾਮੈਂਟਲ ਰਾਈਟ, ਠੀਕ ਹੈ ਨਾ, ਐਸ ਵੈਲ ਐਸ ਫੰਡਾਮੈਂਟਲ ਰਾਈਟ ਅੰਡਰ ਦੀ ਕੌਂਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਵੀ ਕਿਹੜਾ ਹਿਊਮਨ ਰਾਈਟ ਆ ਜਿਹੜਾ ਉਹ ਫੰਡਾਮੈਂਟਲ ਰਾਈਟ ਵੀ ਆ, ਠੀਕ ਹੈ ਨਾ, ਹਿਊਮਨ ਰਾਈਟ ਵੀ ਆ ਅਤੇ ਫੰਡਾਮੈਂਟਲ ਰਾਈਟ ਵੀ ਆ, ਠੀਕ ਹੈ, ਮਨੁੱਖੀ ਅਧਿਕਾਰ ਵੀ ਆ, ਇੱਕ ਮੌਲਿਕ ਅਧਿਕਾਰ ਵੀ ਆ, ਉਹਨੂੰ ਆਪਾਂ ਉਹ ਹੈਗਾ ਦੋਸਤੋ ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ ਆਪਣਾ ਮੌਲਿਕ ਅਧਿਕਾਰ ਵੀ ਆ ਅਤੇ ਆਪਣਾ ਮਨੁੱਖੀ ਅਧਿਕਾਰ ਵੀ ਆ, ਠੀਕ ਹੈ ਨਾ, ਯਾਦ ਰੱਖਣਾ। ਪ੍ਰਸ਼ਨ 13ਵਾਂ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦੀ ਗਾਰਡੀਅਨ ਆਫ ਦਾ ਫੰਡਾਮੈਂਟਲ ਰਾਈਟ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਮਤਲਬ ਕਿ ਫੰਡਾਮੈਂਟਲ ਰਾਈਟਸ ਦਾ ਗਾਰਡੀਅਨ ਆ, ਮਤਲਬ ਕਿ ਉਹਦੀ ਦੇਖਭਾਲ ਕਰ ਰਿਹਾ ਹੈ। ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਜੁਡੀਸ਼ਰੀ, ਠੀਕ ਹੈ ਨਾ। ਜੁਡੀਸ਼ਰੀ ਮਤਲਬ ਕਿ ਆਪਣੇ ਫੰਡਾਮੈਂਟਲ ਰਾਈਟਸ ਨੂੰ ਗਾਰਡੀਅਨ ਦੇ ਤੌਰ 'ਤੇ ਉਹ ਕਰ ਰਹੀ ਹੈ, ਸਪੋਰਟ ਕਰ ਰਹੀ ਆ, ਠੀਕ ਹੈ ਨਾ, ਇਹਨਾਂ ਦਾ ਖਿਆਲ ਰੱਖ ਰਹੀ ਆ ਵੀ ਕੋਈ ਫੰਡਾਮੈਂਟਲ ਰਾਈਟਸ ਮਨੁੱਖ ਦੇ ਭਾਰਤੀ ਸਿਟੀਜ਼ਨਸ ਦੇ ਫੰਡਾਮੈਂਟਲ ਰਾਈਟਸ ਨਾ ਛੇੜਛਾੜ ਨਾ ਹੋ ਸਕੇ, ਠੀਕ ਹੈ ਨਾ। ਅੱਗੇ ਪ੍ਰਸ਼ਨ ਆ ਗਿਆ ਦੋਸਤੋ, ਹੂ ਇਜ਼ ਦੀ ਗਾਰਡੀਅਨ ਆਫ ਦਾ ਫੰਡਾਮੈਂਟਲ ਰਾਈਟਸ ਐਨੂਮਰੇਟਡ ਇਨ ਦਾ ਕੌਂਸਟੀਟਿਊਸ਼ਨ। ਹੁਣ ਪੁੱਛ ਲਿਆ ਗਿਆ ਵੀ ਇਹਨਾਂ 'ਚੋਂ ਦੱਸੋ ਕਿਹੜਾ ਗਾਰਡੀਅਨ ਆ ਫੰਡਾਮੈਂਟਲ ਰਾਈਟਸ ਦਾ। ਤਾਂ ਦੋਸਤੋ ਸੁਪਰੀਮ ਕੋਰਟ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਜੁਡੀਸ਼ਰੀ ਦੇ ਵਿੱਚ ਕਿਹਾ ਹੈ ਸੁਪਰੀਮ ਕੋਰਟ, ਹਾਈ ਕੋਰਟ। ਤਾਂ ਸੁਪਰੀਮ ਕੋਰਟ ਗਾਰਡੀਅਨ ਆ ਫੰਡਾਮੈਂਟਲ ਰਾਈਟਸ ਦਾ। ਅਗਰ ਤੁਹਾਡਾ ਕੋਈ ਫੰਡਾਮੈਂਟਲ ਰਾਈਟ ਕਿਤੇ ਮਤਲਬ ਕਿ ਤੁਹਾਨੂੰ ਲੱਗਦਾ ਵੀ ਫੰਡਾਮੈਂਟਲ ਰਾਈਟ ਤੁਹਾਨੂੰ ਮਿਲ ਨਹੀਂ ਰਿਹਾ, ਅਧਿਕਾਰ ਮੌਲਿਕ ਅਧਿਕਾਰ ਤੁਹਾਨੂੰ ਮਿਲ ਨਹੀਂ ਰਿਹਾ, ਤਾਂ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 15ਵਾਂ, ਵਿਚ ਆਫ ਦਾ ਫੋਲੋਇੰਗ ਆਰਟੀਕਲ ਕੰਟੇਨ ਦੀ ਰਾਈਟ ਟੂ ਰਿਲੀਜੀਅਸ ਫਰੀਡਮ। ਕਹਿੰਦੇ ਇਹਨਾਂ 'ਚੋਂ ਕਿਹੜਾ ਆਰਟੀਕਲ ਆ ਜਿਹੜਾ ਰਾਈਟ ਟੂ ਰਿਲੀਜੀਅਸ ਫਰੀਡਮ ਨਾਲ ਡੀਲ ਕਰਦਾ ਹੈ। ਤਾਂ ਦੋਸਤੋ ਆਰਟੀਕਲ 25 ਤੋਂ 28 ਦੇ ਵਿੱਚ ਆਪਣੇ ਧਰਮ ਦੇ ਰਿਲੇਟਡ ਆਰਟੀਕਲ ਦਿੱਤਾ ਗਿਆ, ਮਤਲਬ ਕਿ ਆਪਾਂ ਨੂੰ ਫਰੀਡਮ ਆ ਪੂਰੀ ਆਪਣੇ ਧਰਮ ਦੇ ਵਿੱਚ ਜੋ ਹੁੰਦਾ ਹੈ ਵੀ ਆਪਾਂ ਆਪਣੇ ਤਰੀਕੇ ਨਾਲ ਆਪਣੇ ਧਰਮ ਨੂੰ ਕਰਨਾ ਮੰਨਣਾ, ਠੀਕ ਹੈ ਨਾ, ਅਤੇ ਕਿ ਆਪਾਂ ਕਿਸੇ ਵੀ ਧਰਮ ਨੂੰ ਅਡੋਪਟ ਕਰ ਸਕਦੇ ਹਾਂ, ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਠੀਕ ਹੈ ਨਾ, ਆਪਣੇ ਧਰਮ ਨੂੰ ਜਿੱਦਾਂ ਮਰਜ਼ੀ ਆਪਣੀ ਰੀਤੀਆਂ ਨਾਲ ਮਨਾ ਸਕਦੇ ਹਾਂ, ਠੀਕ ਹੈ ਨਾ। ਤਾਂ ਦੋਸਤੋ ਇਹ ਆਰਟੀਕਲ 25 ਤੋਂ ਆਰਟੀਕਲ 28 ਦੇ ਵਿਚਕਾਰ ਆਉਂਦਾ, ਠੀਕ ਹੈ ਨਾ, ਇਹ ਫੰਡਾਮੈਂਟਲ ਰਾਈਟ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 16ਵਾਂ, ਵਿਚ ਆਰਟੀਕਲ ਆਫ ਦਾ ਕੌਂਸਟੀਟਿਊਸ਼ਨ ਐਬੋਲਿਸ਼ਿਸ ਅਨਟੱਚੇਬਿਲਿਟੀ। ਕਹਿੰਦੇ ਛੂਤ-ਛਾਤ ਜਿਹੜਾ ਮਤਲਬ ਕਿ ਹੁੰਦਾ ਛੂਆ-ਛਾਤ ਜੋ ਵੀ ਹੁੰਦਾ ਅਨਟੱਚੇਬਿਲਿਟੀ, ਉਹ ਕਿਹੜੇ ਆਰਟੀਕਲ ਦੇ ਤਹਿਤ ਉਹਨੂੰ ਖਤਮ ਕਰ ਦਿੱਤਾ ਗਿਆ। ਆਰਟੀਕਲ 17 ਦੇ ਤਹਿਤ, ਠੀਕ ਹੈ ਨਾ, ਯਾਦ ਰੱਖਣਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਦੋਸਤੋ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 17ਵਾਂ, ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਇੰਜੋਇਡ ਬਾਏ ਦੀ ਸਿਟੀਜ਼ਨਸ ਆਫ ਇੰਡੀਆ। ਕਹਿੰਦੇ ਕਿਹੜੇ ਕਿੰਨੇ ਫੰਡਾਮੈਂਟਲ ਰਾਈਟਸ ਆ, ਠੀਕ ਹੈ ਨਾ, ਜਿਹੜੇ ਭਾਰਤੀ ਸਿਟੀਜ਼ਨਸ ਨੂੰ ਮਿਲੇ ਹੋਏ ਆ, ਠੀਕ ਹੈ ਨਾ। ਤਾਂ ਦੋਸਤੋ ਕੁੱਲ ਗਿਣਤੀ ਫੰਡਾਮੈਂਟਲ ਰਾਈਟਸ ਦੀ ਹੈਗੀ ਆ 6, ਠੀਕ ਹੈ ਨਾ। ਜਿਵੇਂ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰੀ ਗਈ ਤੀ 11 ਗਿਣਤੀ ਆ, ਤਾਂ ਫੰਡਾਮੈਂਟਲ ਰਾਈਟਸ ਦੀ ਕੁੱਲ 6 ਗਿਣਤੀ ਆ, ਠੀਕ ਹੈ ਨਾ, 6 ਆਪਣੇ ਫੰਡਾਮੈਂਟਲ ਰਾਈਟ ਆ। ਅੱਗੇ ਗੱਲ ਕਰਦੇ ਹਾਂ, ਦੀ ਕੌਂਸਟੀਟਿਊਸ਼ਨ ਗਰੰਟੀਜ਼ ਦੈਟ ਆਲ ਸਿਟੀਜ਼ਨਸ ਵਿਲ ਬੀ ਇਕੁਅਲ ਬਿਫੋਰ ਲਾ ਇਟ ਇਜ਼ ਪ੍ਰੋਵਾਈਡਡ ਇਨ।
ਕਹਿੰਦੇ ਆਪਣੇ ਸੰਵਿਧਾਨ ਦੇ ਵਿੱਚ ਸਾਰੇ ਸਿਟੀਜ਼ਨਸ ਨੂੰ ਇੱਕ ਗਾਰੰਟੀ ਮਿਲਦੀ ਹੈ ਕਿ ਸਾਰਿਆਂ ਲਈ ਕਾਨੂੰਨ ਬਰਾਬਰ ਆ, ਇਕੁਅਲ ਬਿਫੋਰ ਲਾ, ਮਤਲਬ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਆ, ਠੀਕ ਹੈ ਨਾ। ਕਾਨੂੰਨ ਮਤਲਬ ਕਿ ਸਾਰਿਆਂ ਲਈ ਬਰਾਬਰ ਆ। ਤਾਂ ਉਹ ਦੋਸਤੋ ਆਰਟੀਕਲ ਕਿਹੜਾ ਹੈ? ਆਰਟੀਕਲ 14 ਦੇ ਤਹਿਤ, ਭਾਰਤੀ ਸੰਵਿਧਾਨ ਦੇ ਆਰਟੀਕਲ 14 ਦੇ ਤਹਿਤ ਆਪਣੇ ਸਾਰਿਆਂ ਲਈ ਕਾਨੂੰਨ ਬਰਾਬਰ ਆ, ਇਕੁਅਲ ਬਿਫੋਰ ਲਾ ਹੈ, ਠੀਕ ਹੈ ਨਾ, ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 19ਵਾਂ, ਵਿਚ ਆਫ ਦਾ ਫੋਲੋਇੰਗ ਇਜ਼ ਦੀ ਇਨਫੋਰਸੇਬਲ ਇਨ ਦੀ ਕੋਰਟ ਆਫ ਲਾ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਕੋਰਟ ਦੇ ਵਿੱਚ ਜਾ ਕੇ ਆਪਾਂ ਚੈਲੰਜ ਕਰ ਸਕਦੇ ਹਾਂ ਵੀ ਹਾਂ ਇਹ ਸਾਡਾ ਹੱਕ ਆ? ਤਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਕੋਰਟ ਦੇ ਵਿੱਚ ਜਾ ਕੇ ਆਪਾਂ ਆਪਣਾ ਅਧਿਕਾਰ, ਫੰਡਾਮੈਂਟਲ ਰਾਈਟਸ ਮੰਗ ਸਕਦੇ ਹਾਂ, ਠੀਕ ਹੈ ਨਾ, ਮੌਲਿਕ ਅਧਿਕਾਰ। ਡਿਊਟੀਜ਼ ਨਹੀਂ ਮੰਗ ਸਕਦੇ, ਡਾਇਰੈਕਟਿਵ ਪ੍ਰਿੰਸੀਪਲਸ ਲਈ ਆਪਾਂ ਕੋਰਟ ਦੇ ਵਿੱਚ ਅਪੀਲ ਨਹੀਂ ਦਰਜ ਕਰ ਸਕਦੇ, ਠੀਕ ਹੈ ਨਾ, ਪ੍ਰੈਂਬਲ ਲਈ ਨਹੀਂ ਕਰ ਸਕਦੇ। ਆਪਣਾ ਜੋ ਫੰਡਾਮੈਂਟਲ ਰਾਈਟਸ ਆ ਉਹਨਾਂ ਲਈ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹਾਂ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ 20ਵਾਂ ਦੇ, ਫੰਡਾਮੈਂਟਲ ਰਾਈਟਸ ਕੈਨ ਬੀ ਸਸਪੈਂਡਡ ਬਾਈ ਵਿਚ ਆਫ ਦਾ ਫੋਲੋਇੰਗ। ਕਹਿੰਦੇ ਆਪਣੇ ਮੌਲਿਕ ਅਧਿਕਾਰਾਂ ਨੂੰ ਕੌਣ ਸਸਪੈਂਡ ਕਰ ਸਕਦਾ ਹੈ? ਜਿਵੇਂ ਆਰਟੀਕਲ 352 ਦੇ ਤਹਿਤ ਐਮਰਜੈਂਸੀ ਲੱਗ ਗਈ, ਠੀਕ ਹੈ ਨਾ, ਦੇਸ਼ ਦੇ ਵਿੱਚ, ਤਾਂ ਐਮਰਜੈਂਸੀ ਦੇ ਦੌਰਾਨ ਆਪਣੇ ਸਾਰੇ ਫੰਡਾਮੈਂਟਲ ਰਾਈਟ ਸਸਪੈਂਡ ਹੋ ਜਾਂਦੇ ਆ। ਤਾਂ ਕੌਣ ਕਰ ਸਕਦਾ? ਉਹ ਪ੍ਰੈਜ਼ੀਡੈਂਟ, ਆਪਣੇ ਰਾਸ਼ਟਰਪਤੀ ਸਾਹਿਬ, ਠੀਕ ਹੈ ਨਾ, ਉਹ ਆਪਣੇ ਫੰਡਾਮੈਂਟਲ ਰਾਈਟਸ ਨੂੰ, ਆਪਣੇ ਮਤਲਬ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰ ਸਕਦੇ ਆ ਕੁਝ ਸਮੇਂ ਲਈ, ਜਦੋਂ ਤੱਕ ਆਰਟੀਕਲ 352 ਲਾਗੂ ਰਹੇਗਾ। ਤਾਂ ਦੋਸਤੋ ਇਸ ਦੇ ਵਿੱਚ ਯਾਦ ਰੱਖਣਾ ਤੁਸੀਂ, ਇੱਕ ਰਾਈਟ ਆਪਣਾ ਕਦੇ ਵੀ ਖਤਮ ਨਹੀਂ ਹੁੰਦਾ, ਰਾਈਟ ਟੂ ਲਾਈਫ, ਠੀਕ ਹੈ ਨਾ, ਆਪਣਾ ਰਾਈਟ ਟੂ ਲਾਈਫ ਕਦੇ ਵੀ ਆਰਟੀਕਲ 352 ਦੇ ਤਹਿਤ ਖਤਮ ਨਹੀਂ ਹੁੰਦਾ, ਠੀਕ ਹੈ ਨਾ। ਅੱਜ ਦੀ ਵੀਡੀਓ ਵਿੱਚ ਬਸ ਦੋਸਤੋ ਇੰਨਾ ਹੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤੇ ਵੱਧ ਤੋਂ ਵੱਧ ਕੈਂਡੀਡੇਟਸ ਨੂੰ ਆਪਣੇ ਇਸ ਚੈਨਲ ਦੇ ਉੱਤੇ ਲੈ ਕੇ ਆਓ ਦੋਸਤੋ, ਆਪਣਾ ਸਮਝ ਕੇ ਲੈ ਕੇ ਆਓ, ਠੀਕ ਹੈ ਨਾ। ਆਪਾਂ ਫਿਰ ਜਿੰਨਾ ਵੱਡਾ ਗਰੁੱਪ ਆਪਣਾ ਹੁੰਦਾ ਜਾਏਗਾ ਉਨੀ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਰੋਜ਼ ਦੀ ਰੋਜ਼ ਵੀਡੀਓ ਤੇ ਡਾਟਾ ਲੈ ਕੇ ਆਵਾਂਗੇ ਵੱਧ ਤੋਂ ਵੱਧ, ਠੀਕ ਹੈ ਨਾ। ਸਾਨੂੰ ਵੀ ਹੌਸਲਾ ਹੋਏਗਾ ਕਿ ਕਾਫੀ ਕੈਂਡੀਡੇਟਸ ਦੇ ਵਿਊ ਆ ਰਹੇ ਆ ਤੇ ਕਾਫੀ ਕੈਂਡੀਡੇਟ ਦੇਖ ਰਹੇ ਆ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ, ਧੰਨਵਾਦ।